ਹੈਲੋ ਪਿਆਰੇ ਵਿਦਿਆਰਥੀਓ, ਤੁਹਾਡਾ ਸਵਾਗਤ ਹੈ ਮੇਰੇ ਚੈਨਲ ਐਜੂਕੇਸ਼ਨ ਸਿੰਪਲੀਫਾਈਡ ਬਾਈ OCDC ਦੇ ਉੱਪਰ। ਸੋ ਇਹ ਵੀਡੀਓ ਵੈਸੇ ਤਾਂ ਸਾਰੇ ਹੀ ਵਿਦਿਆਰਥੀਆਂ ਦੇ ਲਈ ਹੈ ਜੋ ਕਿਸੇ ਵੀ ਤਰ੍ਹਾਂ ਦਾ ਜਿਹੜਾ ਐਗਜ਼ਾਮ ਹੈ ਉਹ ਦੇ ਚੁੱਕੇ ਨੇ ਜਾਂ ਫਿਰ ਐਗਜ਼ਾਮ ਦੇਣਾ ਹੈ, ਅਤੇ ਸਪੈਸ਼ਲੀ ਉਹਨਾਂ ਵਿਦਿਆਰਥੀਆਂ ਦੇ ਲਈ ਜਿਹੜੇ EWS ਕੈਟੇਗਰੀ ਵਿੱਚ ਅਪਲਾਈ ਕਰਦੇ ਨੇ, ਠੀਕ ਹੈ, ਜਾਂ ਜਿਨ੍ਹਾਂ ਨੇ ਅਪਲਾਈ ਕਰਨਾ ਹੈ। ਸੋ ਇਸ ਵੀਡੀਓ ਵਿੱਚ ਆਪਾਂ ਇਹ ਦੋਨੋਂ ਗੱਲਾਂ ਦੇ ਬਾਰੇ ਵਿਚਾਰ ਕਰਾਂਗੇ ਕਿ ਇੱਕ ਤਾਂ ਆਪਾਂ ਦੇਖ ਰਹੇ ਵੀ ਜਿੰਨੇ ਵੀ ਪ੍ਰੀਖਿਆਵਾਂ ਜਿਹੜੀਆਂ ਹੋ ਰਹੀਆਂ ਨੇ ਉਹ 'ਚ ਬਹੁਤ ਗਲਤ ਪ੍ਰਸ਼ਨ ਆ ਰਹੇ ਨੇ, ਠੀਕ ਹੈ, ਅਤੇ ਜਾਂ ਤਾਂ ਓਬਜੈਕਸ਼ਨ ਦੀ ਕੋਈ ਆਪਾਂ ਨੂੰ ਮੌਕਾ ਦਿੱਤਾ ਹੀ ਨਹੀਂ ਜਾਂਦਾ, ਜੇ ਦਿੱਤਾ ਵੀ ਜਾਂਦਾ ਤਾਂ ਉਹ ਸਿਰਫ ਪੈਸੇ ਉਹਦੇ ਬਟੋਰੇ ਜਾਂਦੇ ਨੇ ਅਤੇ ਉਹਦੀ ਪੁੱਛ ਪੜਤਾਲ ਕੋਈ ਵੀ ਨਹੀਂ ਹੁੰਦੀ, ਠੀਕ ਹੈ। ਇਸ ਤੋਂ ਇਲਾਵਾ ਗੱਲ ਕਰਾਂਗੇ EWS ਕੈਟੇਗਰੀ, ਜਿਹੜੇ ਬਹੁਤ ਜ਼ਿਆਦਾ ਨੰਬਰ ਲੈ ਕੇ ਟੌਪ 'ਤੇ ਬੈਠੇ ਹੁੰਦੇ ਨੇ, ਉਹਨਾਂ ਨੂੰ ਵੀ ਓਪਨ ਕੈਟੇਗਰੀ 'ਚ ਕੰਸੀਡਰ ਨਹੀਂ ਕੀਤਾ ਜਾਂਦਾ। ਤਾਂ ਮਤਲਬ ਆਪਾਂ ਇਹ ਦੇਖਣਾ ਵੀ EWS ਦਾ ਫਿਰ ਫਾਇਦਾ ਕੀ ਹੋਇਆ, ਹੈ ਨਾ। ਕਿਸੇ ਪ੍ਰਕਾਰ ਦਾ ਕੋਈ ਫਾਇਦਾ ਨਹੀਂ ਹੋਇਆ। ਹੁਣ ਲੇਟੈਸਟ ਜਿਹੜਾ ਕੇਸ ਹੋਏਗਾ ਵਾਰਡ ਅਟੈਂਡੈਂਟ, ਤਾਂ EWS ਕੈਟੇਗਰੀ ਵਾਲੇ ਜਿਹੜੇ ਵਿਦਿਆਰਥੀ ਨੇ ਉਹ ਓਪਨ ਦੇ ਵਿੱਚ ਸਭ ਤੋਂ ਵੱਧ ਨੰਬਰ ਲੈ ਕੇ ਬੈਠੇ ਹੋਏ ਨੇ। 5-7 ਵਿਦਿਆਰਥੀ ਇਸ ਤਰ੍ਹਾਂ ਦੇ ਹੈ ਜਿਹੜੇ ਬਹੁਤ 70+ ਮਾਰਕਸ ਵਾਲੇ ਨੇ, ਠੀਕ ਹੈ। ਤਾਂ ਉਹਨਾਂ ਨੂੰ ਓਪਨ ਦੇ ਵਿੱਚ ਲੈਟਰ ਨਹੀਂ ਦਿੱਤੇ ਕਿ ਅਸੀਂ ਜੀ EWS 'ਚ ਹੀ ਉਹਨਾਂ ਨੂੰ ਕੰਸੀਡਰ ਕਰਾਂਗੇ। ਫਿਰ ਕਹਿੰਦੇ ਜੀ ਅਸੀਂ ਉਹਦੀਆਂ ਵੈਰੀਫਿਕੇਸ਼ਨਾਂ ਕਰਨੀਆਂ ਨੇ। ਜੇ ਵੈਰੀਫਿਕੇਸ਼ਨਾਂ ਹੁਣ ਤੱਕ ਨਹੀਂ ਹੋਈਆਂ ਫਿਰ ਕਾਊਂਸਲਿੰਗ ਦੇ ਉੱਪਰ ਪੈਸੇ ਕਾਹਦੇ ਲਿੱਤੇ ਗਏ, ਠੀਕ ਹੈ। ਕਾਊਂਸਲਿੰਗ ਉੱਪਰ ਬੁਲਾਇਆ, ਪੈਸੇ ਲੈਤੇ, ਸਰਟੀਫਿਕੇਟ ਫੜਿਆ, ਚਲੋ ਭੇਜਤਾ, ਹੈ ਨਾ। ਫਿਰ ਉੱਥੇ ਵੈਰੀਫਿਕੇਸ਼ਨ 2 ਮਹੀਨੇ 'ਚ ਕਿਉਂ ਨਹੀਂ ਹੋਈ? ਤਾਂ ਇਹ ਬਹੁਤ ਹੀ ਇੱਕ ਸਵਾਲੀਆ ਨਿਸ਼ਾਨ ਸਰਕਾਰਾਂ ਦੀਆਂ ਜਿਹੜੀਆਂ ਕੰਮਕਾਜ ਦੇ ਤਰੀਕੇ ਨੇ ਉਹਦੇ ਉੱਪਰ ਲਗਾਉਂਦਾ ਹੈ। ਹੁਣ ਤੁਸੀਂ ਇਸ ਪਿਕਚਰ ਦੇ ਵਿੱਚ ਦੇਖ ਸਕਦੇ ਹੋ ਕੀ ਲਿਖਿਆ ਇੱਥੇ, ਓਪਨ ਕੈਟੇਗਰੀ ਮੀਨਸ ਐਨੀਵਨ ਕੈਨ ਅਪਲਾਈ ਫॉर दैट, ਠੀਕ ਹੈ। ਵੇਅਰ ਐਵਰ देयर इज़ अ रिजर्वेशन दे कीप सम सीट्स फॉर रिजर्व्ड कैटेगरी लाइक SC ST OBC एटसेट्रा and some are kept for open category means anyone can apply for that either general or SC ST OBC। ਹੁਣ ਦੇਖੋ ਇੱਥੇ ਸਾਫ਼-ਸਾਫ਼ ਲਿਖਿਆ ਹੋਇਆ ਵੀ ਜਿਹੜੀ ਓਪਨ ਕੈਟੇਗਰੀ 'ਚ ਕੋਈ ਵੀ ਹੋ ਸਕਦਾ, ਠੀਕ ਹੈ ਜੀ। ਉੱਥੇ ਕਾਸਟ ਕੋਈ ਸ਼੍ਰੇਣੀ ਕੋਈ ਮੈਟਰ ਨਹੀਂ ਕਰਦੀ। ਤਾਂ ਫਿਰ EWS ਨੂੰ ਓਪਨ ਦੇ ਵਿੱਚ ਕੰਸੀਡਰ ਕਿਉਂ ਨਹੀਂ ਕੀਤਾ ਗਿਆ, ਜਦ ਕਿ EWS ਵਾਲੇ ਵਿਦਿਆਰਥੀ ਹੀ ਨੇ ਜਿਨ੍ਹਾਂ ਦੇ ਸਭ ਤੋਂ ਵੱਧ ਮਾਰਕਸ ਨੇ, ਠੀਕ ਹੈ। ਕੁਛ ਵਿਦਿਆਰਥੀਆਂ ਨੂੰ ਛੱਡ ਦਿਓ 2-4 ਨੂੰ, ਤਾਂ ਮੈਕਸਿਮਮ ਜਿਹੜੇ 70+ ਵਾਲੇ ਵਿਦਿਆਰਥੀ ਉਹ 'ਚ EWS ਵਾਲੇ ਵਿਦਿਆਰਥੀ ਬਹੁਤ ਨੇ ਵਾਰਡ ਅਟੈਂਡੈਂਟ ਐਗਜ਼ਾਮ ਦੇ ਵਿੱਚ। ਅਤੇ ਹੋਰ ਵੀ ਬਹੁਤ ਸਾਰੀਆਂ ਇਹੋ ਜਿਹੇ ਪ੍ਰੀਖਿਆਵਾਂ ਨੇ, ਇਹੋ ਜਿਹੇ ਹੋਰ ਵੀ ਸਵਾਲ ਉੱਠੇ ਨੇ, ਮੁੱਦੇ ਉੱਠੇ ਨੇ ਜਿੱਥੇ EWS ਨੂੰ ਜਿਹੜਾ ਹੈਗਾ ਬਹੁਤ ਧੱਕਾ ਝੱਲਣਾ ਪੈ ਰਿਹਾ। ਸਪੈਸ਼ਲੀ ਉਹਦੇ ਲਈ ਆਪਾਂ ਨੀਟ ਦੀ ਗੱਲ ਕਰੀਏ, ਜਿਹੜਾ MBBS 'ਚ ਐਡਮਿਸ਼ਨ ਲੈਣ ਵਾਸਤੇ ਐਗਜ਼ਾਮ ਹੁੰਦਾ, ਤਾਂ ਉਹਦੀ ਅੱਜ ਤੱਕ ਕਾਊਂਸਲਿੰਗ ਰੁਕੀ ਹੋਈ ਹੈ, ਠੀਕ ਹੈ। ਉੱਥੇ ਪਹਿਲਾਂ ਤਾਂ ਇਹ ਕਹਿੰਦੇ ਸੀ ਵੀ 8 ਲੱਖ ਤੋਂ 6 ਲੱਖ ਰੁਪਏ ਇਨਕਮ ਕਰਾਂਗੇ, ਜਿਹਦੇ 6 ਲੱਖ ਤੋਂ ਘੱਟ ਆ ਬਸ ਵੀ ਉਹਦਾ EWS ਮੰਨਿਆ ਜਾਊਗਾ। ਉਹ ਵੀ ਚਲੋ ਹੁਣ ਸੁਪਰੀਮ ਕੋਰਟ ਨੇ ਲਾਸਟ ਆਪਣਾ ਲੇਟੈਸਟ ਫੈਸਲਾ ਸੁਣਾਇਆ ਹੈਗਾ, ਜਿੱਥੇ ਉਹਨਾਂ ਨੇ ਕਿਹਾ ਵੀ 8 ਲੱਖ ਦੀ ਜਿਹੜੀ ਇਨਕਮ ਆ ਉਹ ਬਰਕਰਾਰ ਰੱਖੀ ਜਾਊਗੀ, ਕੈਪਿੰਗ, ਠੀਕ ਹੈ ਜੀ। ਸੋ ਇਸ ਦੇ ਨਾਲ ਆਪਾਂ ਦੇਖਿਆ ਕਿ ਬਹੁਤ ਸਾਰੇ ਪੇਪਰਾਂ ਦੀ ਜਿਹੜੀ ਆਵੇਦਨ ਕਰਨ ਦੀ ਫੀਸ ਹੁੰਦੀ ਹੈ, ਐਪਲੀਕੇਸ਼ਨ ਫੀਸ ਹੁੰਦੀ ਹੈ, ਉਹਦੇ ਵਿੱਚ ਵੀ EWS ਨੂੰ ਕੋਈ ਫਾਇਦਾ ਨਹੀਂ ਹੁੰਦਾ, ਠੀਕ ਹੈ। ਤੀਸਰਾ, EWS ਨੂੰ ਕੋਈ ਏਜ ਰਿਲੈਕਸੇਸ਼ਨ ਵੀ ਹੈ ਨਹੀਂ, ਠੀਕ ਹੈ ਜੀ। ਫਿਰ ਕੁੱਲ ਮਿਲਾ ਕੇ ਇਹ ਕੈਟੇਗਰੀ ਕਿਸ ਬੇਸ 'ਤੇ ਬਣੀ, ਦਾ ਕੋਈ ਬੈਨੀਫਿਟ ਹੀ ਹੈ ਨਹੀਂ, ਠੀਕ ਹੈ। ਬੈਨੀਫਿਟ ਹੈ ਕੀ ਹੈ, ਸਿਰਫ ਕਿ 2-4% ਮਾਰਕਸ ਦੀ ਜ਼ਰੂਰ ਇੱਧਰ ਉੱਧਰ ਹੋ ਜਾਂਦਾ ਗਾ EWS ਦਾ ਜਰਨਲ ਨਾਲੋਂ, ਹੋਰ ਕੋਈ ਫਾਇਦਾ ਇਹਦੇ 'ਚ ਨਹੀਂ ਹੈਗਾ, ਠੀਕ ਹੈ ਜੀ। ਤਾਂ ਇੱਥੇ ਲੋੜ ਕੀ ਹੈ ਵੀ ਜਿਹੜੇ EWS 'ਚ ਅਪਲਾਈ ਕਰਦੇ ਨੇ ਉਹਨਾਂ ਨੂੰ ਜਾਗਣ ਦੀ ਲੋੜ ਹੈ, ਅਤੇ EWS ਵਾਲੇ ਜਿਹੜੇ ਇੱਕ ਮੰਚ ਦੇ ਉੱਪਰ ਇਕੱਠੇ ਹੋ ਕੇ ਸਰਕਾਰ ਦੇ ਖਿਲਾਫ ਇੱਕ ਆਪਦਾ ਵੋਟ ਬੈਂਕ ਤਿਆਰ ਕਰਨ, ਕਿਉਂਕਿ EWS ਦਾ ਕੋਈ ਫਾਇਦਾ ਤਾਂ ਹੋਵੇ ਫਿਰ ਹੀ ਹੈ ਨਾ, ਕਿ ਜਰਨਲ ਦੇ ਵਿੱਚ ਉਹ ਕੰਸੀਡਰ ਕਿਉਂ ਨਹੀਂ ਕੀਤਾ ਗਿਆ, ਓਪਨ ਦੇ ਵਿੱਚ ਕੰਸੀਡਰ ਕਿਉਂ ਨਹੀਂ ਕੀਤਾ ਜਾਂਦਾ, ਠੀਕ ਹੈ। ਜਦੋਂ ਮਾਰਕਸ ਹੀ ਹਾਈਐਸਟ ਲਈ ਬੈਠਾ ਗਾ ਮੈਰਿਟ ਦੇ ਵਿੱਚ, ਤਾਂ ਉਹਨੂੰ ਓਪਨ 'ਚ ਕਿਉਂ ਨਹੀਂ ਰੱਖਿਆ ਜਾਂਦਾ, ਬਹੁਤ ਵੱਡਾ ਇੱਕ ਸਵਾਲ ਹੈ। ਤਾਂ ਤੁਹਾਨੂੰ ਬਹੁਤ ਜ਼ਰੂਰੀ ਜਲਦੀ ਜਾਗਣਾ ਚਾਹੀਦਾ। ਸੋ ਵਿਦਿਆਰਥੀ, ਹੁਣ ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਗਲਤ ਕੁਐਸਚਨਸ ਦੀ, ਠੀਕ ਹੈ। ਤੁਸੀਂ ਦੇਖਿਆ ਹੋਊਗਾ ਪਟਵਾਰੀ ਤੋਂ ਲੈ ਕੇ ਹੋਰ ਜਿੰਨੇ ਵੀ ਉਦੋਂ ਬਾਅਦ ਐਗਜ਼ਾਮ ਹੋਏ ਨੇ ਸਾਰਿਆਂ ਦੇ ਵਿੱਚ ਬਹੁਤ ਹੀ ਜ਼ਿਆਦਾ ਕੁਐਸਚਨ ਗਲਤ ਪਾਏ ਗਏ ਨੇ। ਕਿਸੇ ਦੇ ਆਨਸਰ ਸਟੇਟਮੈਂਟ ਗਲਤ ਹੈ, ਕਿਸੇ ਦੇ ਇੱਕ ਤੋਂ ਜ਼ਿਆਦਾ ਆਨਸਰਸ ਨੇ, ਹੈ ਨਾ। ਤਾਂ ਪਹਿਲੀ ਗੱਲ ਤਾਂ ਕੀ ਹੈ ਕਿ ਇਹ ਗਲਤੀ ਪੇਪਰ ਸੈਟਰ ਦੀ ਹੁੰਦੀ ਹੈ, ਪੇਪਰ ਬਣਾਉਣ ਵਾਲੇ ਦੀ ਹੁੰਦੀ ਹੈ। ਫਿਰ ਉਦੋਂ ਬਾਅਦ ਕੋਈ ਪ੍ਰੂਫ ਰੀਡਰ ਵੀ ਹੁੰਦਾ ਹੋਊਗਾ, ਠੀਕ ਹੈ, ਤਾਂ ਉਹਨੂੰ ਵੀ ਪਤਾ ਹੀ ਨਹੀਂ ਲੱਗਦਾ ਵੀ ਇਹ ਕੀ ਹੋ ਰਿਹਾ, ਕੀ ਘਪਲਾ ਹੋ ਰਿਹਾ। ਤਾਂ ਉਸ ਤੋਂ ਬਾਅਦ ਫਿਰ ਓਬਜੈਕਸ਼ਨ ਜਿਹੜੀ ਆਪਾਂ ਕਰਦੇ ਹਾਂ ਵਿਦਿਆਰਥੀ ਤੌਰ 'ਤੇ, ਤਾਂ ਉਹਦੇ ਪੈਸੇ ਮਤਲਬ ਆਪਣੇ ਤੋਂ ਲੈ ਜਾਂਦੇ ਨੇ। ਦੇਖੋ, ਗਲਤੀ ਸਰਕਾਰਾਂ ਦੀ, ਗਲਤੀ ਪੇਪਰ ਬਣਾਉਣ ਵਾਲੇ ਦੀ, ਠੀਕ ਹੈ, ਪ੍ਰੂਫ ਰੀਡਰ ਦੀ, ਪਰ ਇਹ ਬੱਚਾ ਪੈਸੇ ਕਿਉਂ ਦੇ ਪਏ, ਠੀਕ ਹੈ ਜੀ। ਦੂਸਰੀ ਗੱਲ, ਜਦੋਂ ਬੱਚੇ ਨੇ ਪੈਸੇ ਦੇ ਵੀ ਦਿੱਤੇ ਤਾਂ ਉਹਦਾ ਜਵਾਬ ਕਿਉਂ ਨਹੀਂ ਆਉਂਦਾ। ਖੁਦ ਮੈਂ ਆਪਦੀ ਹੀ ਐਗਜ਼ਾਮਪਲ ਲੈਣਾ, ਮੈਂ ਵੇਅਰ ਹਾਊਸ ਦੇ ਪੇਪਰ ਦੇ ਵਿੱਚ 5 ਓਬਜੈਕਸ਼ਨ ਕੀਤੀਆਂ ਸੀਗੀਆਂ, ਠੀਕ ਹੈ। ਨਾ ਤਾਂ ਉਹਨਾਂ ਨੇ ਇਹ ਦੱਸਿਆ ਵੀ ਇਹ ਮੰਨੀ ਨਹੀਂ ਗਈ, ਨਾ ਉਹਨਾਂ ਨੇ ਇਹ ਦੱਸਿਆ ਵੀ ਕਿਹੜੀ ਮੰਨੀ ਗਈ ਹੈ। 5 ਕੁਐਸਚਨ ਦਾ 500 ਰੁਪਏ ਲੈ ਲਿਆ, ਉਦੋਂ ਮੁੜ ਕੇ ਮੇਰੇ ਕੋਲ ਕੋਈ ਰਿਪਲਾਈ ਨਹੀਂ, ਨਾ ਮੇਲ ਦਾ, ਨਾ ਕੋਈ ਮਤਲਬ ਜਿਹੜਾ ਰਿਟਨ ਰਿਪਲਾਈ ਮੇਰੇ ਘਰੇ ਪਹੁੰਚਿਆ ਹੋਵੇ, ਠੀਕ ਹੈ। ਤਾਂ ਫਿਰ ਉਹ ਲੈ ਕੇ ਜਾਂਦਾ ਕਿੱਥੇ ਆ? ਕੋਈ RTA ਪਾਉਂਦੇ ਤਾਂ RTA ਦੇ ਜਵਾਬ ਨਹੀਂ ਇਹਨਾਂ ਦੇ ਆਉਂਦੇ ਹੈਗੇ, ਸਮਝ ਗਏ ਜੀ। ਤਾਂ ਇਹ ਮਤਲਬ ਇੱਕ ਤਰ੍ਹਾਂ ਦਾ ਬਹੁਤ ਬਦਮਾਸ਼ੀ ਵਾਲਾ ਕੰਮ ਜਿਹੜਾ ਹੈਗਾ ਵੀ ਉਹ ਹੋ ਰਿਹਾ ਹੈਗਾ, ਵੀ ਜਦੋਂ ਤੁਹਾਨੂੰ ਪੇਪਰ ਬਣਾਉਣਾ ਹੀ ਨਹੀਂ ਆਉਂਦਾ ਤਾਂ ਸੈਟਰ ਚੱਜ ਦਾ ਰੱਖਿਆ ਜਾ ਸਕਦਾ ਹੈ। ਹੁਣ ਤੁਸੀਂ ਇਸ ਪਿਕਚਰ 'ਚ ਦੇਖੋ, ਇੱਥੇ ਸਾਫ਼-ਸਾਫ਼ ਲਿਖਿਆ ਹੋਇਆ ਹੈਗਾ
कि जिहड़ी सुप्रीम कोर्ट है ना, सुप्रीम कोर्ट रिफ्यूज़ टू एंटरटेन अ प्लिया विच साउट क्वेश्चनिंग ऑफ द आंसर की। ठीक है जी, कि सुप्रीम कोर्ट ने वो अपील ही खारिज कर दी, ਇਹ ਕਹਿੰਦੇ ਹੋਏ ਕਿ ਐਕਸਪਰਟ ਬੋਡੀ ਹੈਜ਼ ਡਿਊਲੀ ਅਪਲਾਈਡ ਇਟਸ ਮਾਈਂਡ ਐਂਡ ਰਿਵਾਈਜ਼ਡ ਆਂਸਰ ਵਰ ਇਸ਼ੂਡ, ਕਿ ਜਿਹੜੀ ਵੀ ਆਂਸਰ ਕੀ ਹੈ ਉਹ ਐਕਸਪਰਟ ਬੋਡੀ ਨੇ ਦਿੱਤੀ ਹੈ। ਮਤਲਬ ਜਿਹੜਾ ਵਿਦਿਆਰਥੀ ਤੁਹਾਨੂੰ ਪੂਰੇ ਪ੍ਰੂਫ ਲਾ ਕੇ ਭੇਜ ਰਿਹਾ ਹੈ ਉਹ ਪ੍ਰੂਫ ਦੀ ਕੋਈ ਵੈਲਿਊ ਨਹੀਂ, ਤੁਹਾਡੀ ਐਕਸਪਰਟ ਕਮੇਟੀ ਜਿਹੜੇ ਕਹਿੰਦਾ ਬਸ ਉਹਦੀ ਹੀ ਵੈਲਿਊ ਹੈ, ਜੋ ਉਹਨੇ ਕਿਹਾ ਤਾਂ ਉਹੀ ਸਹੀ ਹੈ। ਠੀਕ ਹੈ ਜੀ, ਤਾਂ ਇੱਥੇ ਵਿਦਿਆਰਥੀ ਦੇ ਹੱਕ ਵਿੱਚ ਕੁਝ ਵੀ ਨਹੀਂ ਰਿਹਾ। ਹੁਣ ਇਹਦੇ ਨਾਲ ਦੂਸਰੇ ਪਾਸੇ ਦੇਖੋ, ਇੱਥੇ ਲਿਖਿਆ ਟੌਪ ਕੋਰਟ ਹਾਊਐਵਰ ਅਲਾਉਡ ਦਾ 4 ਸਟੂਡੈਂਟਸ ਆਫ ਹੈਦਰਾਬਾਦ ਹੂ ਹੈਵ ਚੈਲੰਜ ਦਾ ਆਂਸਰ ਕੀ ਟੂ ਅਪਰੋਚ ਦਾ ਹਾਈ ਕੋਰਟ ਫॉर द रिलीफ। ठीक है, तो इत्थे की कहता भी टॉप कोर्ट ने कुछ विद्यार्थियों यानी कि 4 विद्यार्थियों हाई कोर्ट जाने की मतलब आग्ञा दे दी है भी तुसीं आंसर की दे खिलाफ हाई कोर्ट जा सकते हो। हुण देखो इहदा मतलब इत्थे कोई भी रूल है ही नहीं, किसी नूं कहंदे भी जो एक्सपर्ट ने करता वही सही है, किसी नूं कहंदे भी तुसीं हाई कोर्ट भाग जाओ। ठीक है, इट्स सैड दैट कोर्ट्स आर नॉट एक्सपर्ट। देखो ये सुप्रीम कोर्ट की वर्डिंग है, कितनी घटिया वर्डिंग है। वो कहते जी इत्थे कोई एक्सपर्ट नहीं है, कहता वी आर नॉट एक्सपर्ट इन ईच एंड एवरी सबजैक्ट एंड टाइम हैज़ कम वैन द इंटरफेरेंस इन दिस एरीना शुड बी स्टॉप्ड। मतलब जी सुप्रीम कोर्ट है उन्हें कहता भी असी किसी हर चीज़ एक्सपर्ट नहीं है, सो इस तरह की किसी भी आंसर की दे मामले या रिजल्ट के मामले सुप्रीम कोर्ट के सुप्रीम कोर्ट की इंटरफेरेंस ना करवाई जाए। ठीक है, विद्यार्थियों द्वारा। तो यह मतलब देखो सरकार कुछ भी करना तो विद्यार्थियों को कहता भी तुसी इंटरफेरेंस जी है अदालत की नाल लैके आओ। ठीक है, फिर है एट द आउटसेट सीनियर एडवोकेट अभिषेक मनु सिंह भी अपीयरिंग फॉर द स्टूडेंट सेट दैट रॉन्ग आंसर की वर गिवन बाय द NTA नैशनल टेस्टिंग एजेंसी है, बहुत सारे पेपर लै रही है अजकल। ठीक है, नीट का पेपर भी यही लैंदी है, UGC नैट का पेपर भी यही लैंदी है। ठीक है, तो उन्होंने ये वकील ने कहा सीगा कि भी ये बहुत सारे क्वेश्चन जोड़े है गलत आए हैं। ठीक है, जिहदे करके अज तक काउंसलिंग हजे रुकी पई है। ये EWS का भी रौला चल रहा है तो आंसर की दे भी कुछ जोड़े मुद्दे उठे हुए हैं। हुण अगला एविडेंस तुसीं देखो, इत्थे साफ साफ लिखा कि NTA ने खुद ये मन्निया गा भी कुछ प्रश्नों के जोड़े उत्तर ने वो एक तो ज़्यादा सीगे। हुण देखो NTA मान रहा तो सुप्रीम कोर्ट कह रहे असीं एक्सपर्ट नहीं, कि सानूं पता नहीं, जो एक्सपर्ट कमेटी ने करता वही सही है। ठीक है, टैसट लैन वाली एजेंसी भी मान रही है भी कुछ क्वेश्चन के आंसर एक तो ज़्यादा सीगे, तो उत्थे विद्यार्थी की की गलती है। ठीक है, तो किन्ने ही विद्यार्थियों का जोड़ा कैरीयर वो दाऽ ते लाया जाता गा एक बहुत ही घटिया किस्म के जिन्हों का मानसिक लैवल गिरिया होंदा उन्होंने लोगों द्वारा। ठीक है, ज़्यादा कुछ खुद कुछ पता नहीं होंदा तो एक्सपर्ट कमेटी के हैड बन जाते हैं, पेपर बना देंगे हैं। ठीक है, उन्होंने आंसर की नहीं पता होंदी तो क्वेश्चन का आंसर आऊगा की, हो सकता है जानबुझ के भी किया जाता हो। ठीक है, फिर है द प्लिया सेट द रिस्पोंडेंट हैव नॉट ओनली फेल टू rectify the defect error question paper but have also refused to accept any representation sought to be made by the petitioner। देखो अदालत ने साफ मना करता भी ना तो उन्होंने रैक्टीफाई किया ना तो उन्होंने ठीक किया आंसरस नूं, ते उल्टा पटिशनर जिहड़ा हुंदा गा जिहड़ा अपील करदा गा उन्होंने भी कहता कि तुसीं इस तरह का कोई इहदे उपर किंतु परंतु नहीं कर सकते। सो प्यारे विद्यार्थियों हुण मेजर गल बस यही है भी एक तो जिहड़े EWS कैटेगरी वाले विद्यार्थी ने तो उन्होंने EWS का पूरा बेनीफिट मिलना चाहिए, तो वो थोड़ा एक मंच पर आपदे वोट बैंक के रूप में स्ट्रोंग होने की लौड़ है। ठीक है, जागन की लौड़ है, कोई घबराई का नहीं होंदा सरकारां तो। ठीक है, सरकारां भी लोकां नहीं बनाउणियां हुंदियां ने। ठीक है जी, हौली हौली ये गल आपां मंनदे आ भी कुछ डराउंदियां भी ने सरकारां आपां नूं। ठीक है, पर कोई गल नहीं, हर गल ते भी डरना जरूरी नहीं होंदा, किते किते डरा चलो संभव होंदा भी डर हो जाता, पर जे जुड़े रहांगे तो फिर कोई डर की गल नहीं रहिंदी। ठीक है जी, तो जे बाकियां नूं बेनीफिट मिल रहा तो EWS कैटेगरी के बेनीफिट भी मिलना जरूरी है, एज दे विच भी मिलना जरूरी है, तो फीस दे विच भी मिलना जरूरी है। किसी किसी पेपर दे विच जरूर फीस घट की गई है, पर सारे हजे तक की नहीं गई, तो ये कोई एकसारता नहीं हैगी हजे। तो नाल ही जिहड़े क्वेश्चन गलत पाउंदे ने जानबुझ के भी पा सकते हैं ये। ठीक है, तो इन्हां दे जिहड़े पैसे ले जाते हैं तो उहदे खिलाफ पूरे स्टेट लैवल या नैशनल लैवल के उपर आवाज़ बुलंद करनी चाहिए है भी क्वेश्चन गलत तुसीं पाया, वो विद्यार्थी ने नहीं पाया होता, तो विद्यार्थी उसके तो काहदे पैसे देवे। तो इस तो तीसरा पॉइंट भी इत्थे ऐड कर सकते हैं, काउंसलिंग की भी फीस है, एक बहुत ही नवा कारनामा किया है बाबा फरीद यूनिवर्सिटी ने, काउंसलिंग की भी फीस लैती है। तो अज तक प्रीख्या जी वो भर्ती पूर फिर भी नहीं चढ़ी, वेरीफिकेशन फिर भी नहीं हुई। ठीक है, तो पैसे किहड़ी चीज़ के ले जाते हैं काउंसलिंग के। सो मतलब जो विद्यार्थी तुहानूं आवेदन वेले फीस दे चुकिया तो उस तो बार फीस लैके उस तो 2 नंबर के रुपये इकट्ठे करने का कोई मतलब नहीं रह जाता। ठीक है जी, सो उम्मीद करदा कि
ਜਿਹੜੇ ਇੰਟੈਲੈਕਚੁਅਲ ਮਾਈਂਡ 'ਤੇ ਸਟਰੋਂਗ ਹੋਣਾ ਚਾਹੁੰਦੇ ਨੇ, ਜਾਗਣਾ ਚਾਹੁੰਦੇ ਨੇ, ਉਹ ਜਾਗਣਗੇ। ਅਤੇ ਬਾਕੀ ਰੱਬ ਰਾਖਾ। ਸੋ ਵੀਡੀਓ ਸ਼ੇਅਰ ਕਰ ਦਿਓ ਸਾਰਿਆਂ ਨਾਲ। ਥੈਂਕ ਯੂ, ਥੈਂਕਸ ਫॉर ਵਾਚਿੰਗ।